ਸਤਿ ਸ਼੍ਰੀ ਅਕਾਲ। दैनिक सवेरा टीवी वेख रहे देश विदेश के दर्शकों का स्वागत है। मैं भावना खबर की शुरुआत कर दे। इस खबर तो विजिलेंस ब्यूरो पंजाब ने देर रात साबका मंत्री सुंदर श्याम अरोड़ा ਨੂੰ 50 ਲੱਖ रुपए की रिश्वत देने के दोष हेठ गिरफ्तार किया है। ਸਾਬਕਾ ਮੰਤਰੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ AIG ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸੀ। AIG ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਸੁੰਦਰ ਸ਼ਾਮ ਅਰੋੜਾ ਨੇ 14 ਅਕਤੂਬਰ 2022 ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਮਦਦ ਕਰਨ ਲਈ ਉਸ ਨੂੰ 1 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਸਾਬਕਾ ਮੰਤਰੀ ਨੇ ਅਗਲੇ ਦਿਨ 15 ਅਕਤੂਬਰ 2022 ਨੂੰ 50 ਲੱਖ ਰੁਪਏ ਮੌਕੇ ਉੱਤੇ ਦੇਣ ਅਤੇ ਬਕਾਇਆ ਰਕਮ ਬਾਅਦ ਵਿੱਚ ਦੇਣ ਦੀ ਗੱਲ ਕੀਤੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। विजिलेंस के ट्रैप विच फसे साबका मंत्री सुंदर श्याम अरोड़ा। विजिलेंस अधिकारी नूं 50 लाख रुपए रिश्वत देने की कीती पेशकश। अदालत ने 3 दिन विजिलेंस रिमांड ते भेजिया। 19 अक्तूबर नूं होवेगी अगली पेशी। ਭ੍ਰਿਸ਼ਟਾਚਾਰ ਦੇ ਆਰੋਪ ਵਿੱਚ ਕਈਆਂ ਨੂੰ ਫਸਦਿਆਂ ਦੇਖਿਆ ਹੋਵੇਗਾ, ਪਰ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਰਿਸ਼ਵਤ ਦੇਣ ਦੀ ਪੇਸ਼ਕਸ਼ ਵਿੱਚ ਕਿਸੇ ਲੀਡਰ ਨੂੰ ਟਰੈਪ ਲਗਾ ਕੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੋਵੇ। ਇਹ ਮਾਮਲਾ ਕੈਪਟਨ ਸਰਕਾਰ ਵਿੱਚ ਮੰਤਰੀ ਰਹੇ ਅਤੇ ਹੁਣ BJP ਆਗੂ ਸੁੰਦਰ ਸ਼ਾਮ ਅਰੋੜਾ ਦਾ ਹੈ, ਜਿਸ ਨੂੰ ਵਿਜੀਲੈਂਸ ਨੇ ਆਪਣੇ ਜਾਲ ਵਿੱਚ ਫਸਾਇਆ ਅਤੇ 50 ਲੱਖ ਦੀ ਰਿਸ਼ਵਤ ਦੀ ਪੇਸ਼ਕਸ਼ ਕਰਨ ਤੇ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਨੇ ਬੀਤੀ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਬਿਊਰੋ ਦੇ AIG ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸਨ। ਸੁੰਦਰ ਸ਼ਾਮ ਅਰੋੜਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 3 ਦਿਨ ਦੇ ਵਿਜੀਲੈਂਸ ਰਿਮਾਂਡ ਤੇ ਭੇਜ ਦਿੱਤਾ ਗਿਆ। ਉਸ ਨੂੰ 19 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਅਰੋੜਾ ਨੇ ਆਪਣੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਦਰਜ ਮਾਮਲੇ ਵਿੱਚੋਂ ਨਾ ਹਟਾਉਣ ਲਈ AIG ਮਨਮੋਹਨ ਕੁਮਾਰ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਾਬਕਾ ਮੰਤਰੀ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ AIG ਮਨਮੋਹਨ ਕੁਮਾਰ ਦੇ ਬਿਆਨਾਂ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ FIR ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ AIG ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਅਰੋੜਾ ਨੇ 14 ਅਕਤੂਬਰ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਖਿਲਾਫ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਮਦਦ ਕਰਨ ਲਈ ਉਹਨਾਂ ਨੂੰ 1 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਸਾਬਕਾ ਮੰਤਰੀ ਨੇ ਅਗਲੇ ਦਿਨ 15 ਅਕਤੂਬਰ ਨੂੰ 50 ਲੱਖ ਰੁਪਏ ਮੌਕੇ ਤੇ ਦੇਣ ਅਤੇ ਬਕਾਇਆ ਰਕਮ ਬਾਅਦ ਵਿੱਚ ਦੇਣ ਦੀ ਗੱਲ ਕੀਤੀ ਹੈ। ਅਰੋੜਾ ਨੂੰ ਜਾਲ ਵਿਛਾ ਕੇ 15 ਅਕਤੂਬਰ ਨੂੰ ਜ਼ੀਰਕਪੁਰ ਵਿੱਚ ਗ੍ਰਿਫਤਾਰ ਕਰ ਲਿਆ। ਅਰੋੜਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦ ਉਹ 50 ਲੱਖ ਰੁਪਏ ਵਾਲਾ ਬੈਗ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੱਲ੍ਹ ਰਾਤੀ ਜਿਹੜੇ ਫਾਰਮਰ ਮਿਨਿਸਟਰ ਸੀ ਸ਼ਾਮ ਸੁੰਦਰ ਅਰੋੜਾ, ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ। ਜਿਹੜੇ ਸਾਡੇ AIG ਸੀ ਮਨਮੋਹਨ ਕੁਮਾਰ ਸ਼ਰਮਾ, ਉਹਨਾਂ ਨੂੰ 50 ਲੱਖ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਬੇਸਿਕਲੀ ਇਹਦੀ ਬੈਕਗਰਾਊਂਡ ਥੋੜ੍ਹੀ ਮੈਂ ਦੱਸ ਦੇਵਾਂ ਕਿ ਜਿਹੜੇ ਮਿਨਿਸਟਰ ਹੈਗੇ ਫਾਰਮਰ, ਇਹਨਾਂ ਦੇ ਖਿਲਾਫ ਇੱਕ ਤਾਂ DA ਦਾ ਕੇਸ ਜਿਹੜਾ ਡਿਸਪ੍ਰੋਪੋਰਸ਼ਨੇਟ ਅਸੈਟਸ ਹੈ, ਉਹਦਾ ਕੇਸ ਦੀ ਜਿਹੜੀ ਵਿਜੀਲੈਂਸ ਜਿਹੜੀ ਇਨਕੁਆਇਰੀ ਚੱਲ ਰਹੀ ਸੀ, ਪਲੱਸ ਕੁਝ ਹੋਰ 2-3 ਜਿਹੜੀਆਂ ਇਰੈਗੂਲੈਰਿਟੀ ਸੀ ਜਿਹੜੇ ਟੈਨਿਓਰ ਦੇ ਦੌਰਾਨ ਹੋਇਆ, ਉਹਦੀ ਵੀ ਵੈਰੀਫਿਕੇਸ਼ਨ ਚੱਲ ਰਹੀ ਸੀ। ਉਹਨਾਂ ਤੋਂ ਬਚਣ ਲਈ ਇਹਨਾਂ ਨੇ 14 ਤਰੀਕ ਨੂੰ ਇਹਨਾਂ ਨੂੰ ਕੰਟੈਕਟ ਕੀਤਾ, ਜਿਹੜੇ AIG ਮਨਮੋਹਨ ਕੁਮਾਰ ਸੀ ਵਿਜੀਲੈਂਸ ਦੇ ਵਿਜੀਲੈਂਸ ਦੇ ਫਲਾਈਂਗ ਸਕੁਆਡ ਦੇ ਜਿਹੜੇ ਜਿਹੜੀਆਂ DA ਦਾ ਕੇਸ ਤੇ ਜਿਹੜੀਆਂ ਇਨਕੁਆਇਰੀਆਂ ਹੈ ਸੁਪਰਵਿਜ਼ਨ ਤੇ ਕਰ ਰਹੇ ਗਏ ਸੀ ਜੀ। ਇਹਨਾਂ ਨੂੰ ਕੰਟੈਕਟ ਕਰਕੇ ਕਿਹਾ ਕਿ ਮੈਂ ਤੁਹਾਡੇ ਘਰ ਆਉਣਾ ਤੇ ਇਹ ਫਿਰ ਇਹਨਾਂ ਦੇ ਘਰੇ ਆ ਗਏ 14 ਨੂੰ ਸਵਿਫਟੀ ਐਨਕਲੇਵ ਰਹਿੰਦੇ ਹੋਏ। ਪਾਣੀ ਥੋੜੀ ਬਹੁਤੀ ਇਹਨਾਂ ਦੀ ਜਾਣ ਪਛਾਣ ਹੈਗੀ ਸੀ, ਉਹ ਉਹਨਾਂ ਨੇ ਘਰੇਲੂ ਕਰਨਾ, ਫਿਰ ਨਾਲ ਹੀ ਇਹਨਾਂ ਨੇ ਸ਼ੁਰੂ ਕਰਤੀ ਗੱਲ ਕਿ ਤੁਸੀਂ ਮੈਨੂੰ ਇਸ ਕੇਸ ਜਿਹੜੇ ਹੈਗੇ ਮੇਰੇ ਕੇਸਾਂ 'ਚ ਮੇਰੀ ਮਦਦ ਕਰੋ, ਮੈਨੂੰ ਕਢਵਾਓ। ਇਹਦੇ ਲਈ ਮੈਂ ਤੁਹਾਨੂੰ 1 ਕਰੋੜ ਰੁਪਇਆ ਵੀ
ਦੇ ਦੇਵਾਂਗਾ। ਇਹਨਾਂ ਨੂੰ ਹੈਰਾਨ ਹੋਵੇ ਕਿ ਇਹ ਕੀ ਗੱਲ ਹੋ ਗਈ ਤਾਂ ਜਿਹੜਾ ਇਸ ਨੂੰ ਕੋਈ ਗੱਲ ਨਹੀਂ। ਕਹਿੰਦਾ ਮੈਂ ਤੁਹਾਨੂੰ ਕੱਲ ਆ ਕੇ 50 ਲੱਖ ਰੁਪਇਆ ਦੇ ਦਾਂਗਾ, ਬਾਕੀ ਫਿਰ ਮੈਂ ਬਾਅਦ ਚੋਂ ਦੇ ਦਾਂਗਾ। ਸੋ ਉਹ ਕਹਿ ਕੇ ਚਲੇ ਗਏ ਇਹਨਾਂ ਦੇ ਘਰੋਂ। ਫਿਰ ਇਹਨਾਂ ਨੇ ਫਿਰ ਸਾਡੇ ਨੋਟਿਸ ਲਿਆਂਦੀ ਮਨਮੋਹਨ ਕੁਮਾਰ ਜੀ ਨੇ ਕਿ ਇਹ ਗੱਲ ਹੋਈ ਹੈ। ਅਸੀਂ ਤਾਂ ਸ਼ੌਕ ਰਹਿ ਗਏ ਕਿ ਇਹ ਕੰਮ ਕਿਹੜੇ ਚੱਕਰਾਂ 'ਚ ਪੈ ਗਏ ਨੇ। ਅਸੀਂ ਕਿਹਾ ਕਿ ਨਹੀਂ, ਇਹ ਫਿਰ ਇਸ ਤਰ੍ਹਾਂ ਦੇ ਜਿਹੜੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਉਸ ਬੇਸ 'ਤੇ ਇਹਨਾਂ ਦੀ ਇਨਫੋਰਮੇਸ਼ਨ ਦੇ ਬੇਸ 'ਤੇ ਇਹਨਾਂ ਦੀ ਰਿਟਨ ਐਪਲੀਕੇਸ਼ਨ ਕੰਪਲੇਂਟ ਉਹਦੇ ਬੇਸ 'ਤੇ ਅਸੀਂ ਕੇਸ ਰਜਿਸਟਰ ਕਰਕੇ ਜਿਹੜਾ ਰਿਵਰਸ ਟਰੈਪ ਇਹਨੂੰ ਕਹਿੰਦੇ ਹੈਗੇ ਆ, ਉਹ ਅਸੀਂ ਲਗਾਤਾ। DSP ਅਜੇ ਸ਼ਰਮਾ ਇਹਨਾਂ ਦੇ ਅੰਦਰ ਇੱਕ ਟੀਮ ਕੰਸਟੀਟਿਊਟ ਕੀਤੀ, ਜਿਹਦੇ 'ਚ 2 ਜਿਹੜੇ ਹੈਗੇ ਆ ਸਰਕਾਰੀ ਗਵਾਹ ਵੀ ਰੱਖੇ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਮੰਤਰੀ ਨੇ ਕਿ ਮੈਂ ਆਵਾਂਗਾ ਅਗਲੇ ਦਿਨ, ਇਹ ਆ ਕੇ ਇਹਨਾਂ ਨੂੰ ਕੰਟੈਕਟ ਕੀਤਾ ਕਿ ਮੈਂ ਇੱਥੇ ਆ ਗਿਆ ਵਾਂ। ਇਹ ਘਰੇ ਨਹੀਂ ਸੀ, ਇਹਨਾਂ ਨੇ ਕਿਹਾ ਮੈਂ ਘਰੇ ਨਹੀਂ ਹੈਗਾ, ਤੁਸੀਂ ਇਸ ਜਗ੍ਹਾ 'ਤੇ ਆ ਜਾਓ। ਉੱਥੇ ਅਸੀਂ ਆਲਰੇਡੀ ਇਹ ਟਰੈਪ ਲੇ ਕੀਤਾ ਹੋਇਆ ਸੀ ਜਿੱਥੇ ਇਹਨਾਂ ਨੇ ਬੁਲਾਇਆ। ਸੋ ਬਸ ਪ੍ਰੀ ਪਲਾਨ ਕਿ ਇਸ ਜਗ੍ਹਾ 'ਤੇ ਨਾ ਬੁਲਾਵਾਂ। ਸੋ ਜਦੋਂ ਇਹ ਇੱਥੇ ਆ ਕੇ ਇਹਨਾਂ ਨੂੰ ਆ ਕੇ ਇਹਨਾਂ ਦੇ ਗੱਡੀ 'ਚ ਜਿਹੜੇ ਬੈਠ ਗਏ, ਫਿਰ ਕਹਿਣ ਲੱਗ ਪਏ ਕਿ ਮੈਂ ਇਸ ਤਰ੍ਹਾਂ ਪੈਸੇ ਵਗੈਰਾ ਲਿਆਂਦੇ, ਤੇ ਨਾਲ ਹੀ ਇਹਨਾਂ ਨੇ ਆਪਣੇ ਜਿਹੜਾ ਬੰਦਾ ਸੀ ਇਹਨਾਂ ਦੇ ਨਾਲ ਬੁਲਾਇਆ ਵੀ ਉਹਨਾਂ ਨੂੰ ਕਿਹਾ ਕਿ ਬੈਗ ਜਿਹੜਾ ਪੈਸਿਆਂ ਦਾ ਦੇ ਦਿਓ। ਤਾਂ ਬੈਗ ਜਿਹੜਾ ਲਿਆ ਕੇ ਇਹਨਾਂ ਨੂੰ ਦੇਣ ਲੱਗੇ, ਗੱਡੀ 'ਚ ਰੱਖਣ ਲੱਗੇ। ਉਸ ਵੇਲੇ ਟੀਮ ਸਾਡੀ ਅਲਰਟ ਸੀ, ਉਹਨਾਂ ਨੇ ਪੈਸੇ ਵੀ ਜਿਹੜੇ ਕਵਰ ਕਰਦੇ ਨਾਲ ਹੀ ਗ੍ਰਿਫਤਾਰੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੇ ਸੁੰਦਰ ਸ਼ਾਮ ਅਰੋੜਾ ਭਾਵੁਕ ਵੀ ਹੋਏ ਅਤੇ ਅਦਾਲਤ ਵਿੱਚ ਪੇਸ਼ੀ ਦੌਰਾਨ ਉਹਨਾਂ ਕਿਹਾ ਕਿ ਉਸ ਨੂੰ ਕੋਰਟ ਤੇ ਭਰੋਸਾ ਹੈ ਤੇ ਉਸ ਨੂੰ ਇਨਸਾਫ ਮਿਲੇਗਾ। ਮੈਨੂੰ ਕੋਰਟ ਤੇ ਪੂਰਾ ਯਕੀਨ ਹੈ, ਸਾਰਾ ਕੁਝ ਠੀਕ ਹੋਏਗਾ। ਬਸ ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਮੈਨੂੰ ਕੋਰਟ ਤੇ ਵਿਸ਼ਵਾਸ ਹੈ। ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਉੱਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ अपनी प्रतिक्रिया जाहिर की गई है। सुनो उन्हां दी जुबानी। देखिए, ऐसा है कि पिछले 7 महीने से उन लीडरों को, उन मंत्रियों, MLA को या अफसरों को उनके ऊपर गिरफ्त का शिकंजा कसा गया है, क्योंकि उन्होंने पंजाब को लूटा है दोनों हाथों से। उसी कड़ी में कल भी एक मंत्री विजिलेंस के काबू आए हैं, और वो तो आए भी रंगे हाथ हैं जब विजिलेंस के ही अधिकारियों को रिश्वत देने के लिए वो पहुंचे हुए थे। सो मैं समझता हूँ कि ये भी 70 साल में पहली बार हुआ है कि कोई लीडर, कोई साबका मंत्री रंगे हाथों पकड़ा जाए रिश्वत देते हुए। सो ये जो गंदगी, करप्शन की पिछले लंबे सालों से इन्होंने चलाई हुई थी, उसको झाड़ू से साफ करने का काम भगवंत मान जी और उनकी सरकार कर रही है, और आगे भी ये जारी रहेगा। ਦੇਖੋ, ਜਿਹੜਾ ਸ਼ਾਮ ਸੁੰਦਰ ਅਰੋੜੇ ਦੀ ਗ੍ਰਿਫਤਾਰੀ ਆ, ਹੁਣ ਖਬਰ ਆਈ ਆ, ਇਹਦੇ ਪਿੱਛੇ ਕੀ ਕਾਰਨ ਆ, ਕੀ ਸੱਚਾਈ ਆ, ਇਹ ਤਾਂ ਪਤਾ ਲੱਗੇਗਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਕਾਨੂੰਨ ਦੇ ਅੱਗੇ ਕੋਈ ਵਜ਼ੀਰ, ਕੋਈ MLA, ਕੋਈ ਵੱਡਾ ਨਹੀਂ ਹੁੰਦਾ, ਸਾਰੇ ਬਰਾਬਰ ਨੇ। ਪਰ ਇਹ ਮੈਂ ਜ਼ਰੂਰ ਕਹਿਣਾ ਵੀ ਕੋਈ ਕਿਸਮ ਦਾ ਜਿਹੜਾ ਰਾਜਸੀ ਨਜ਼ਰੀਏ ਨਾਲ, ਰਾਜਸੀ ਬਦਲਾਖੋਰੀ ਨਾਲ, ਰਾਜਸੀ ਰੋਟੀਆਂ ਸੇਕਣ ਲਈ ਜੇ ਕਿਸੇ ਵਿਰੁੱਧ ਕਾਰਵਾਈ ਹੋਊਗੀ, ਉਹ ਚੰਗੀ ਨਹੀਂ ਹੋਏਗੀ। ਅੱਜ ਦੀ ਸਰਕਾਰ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਉਹਨਾਂ ਦੇ ਵਜ਼ੀਰਾਂ ਤੇ ਉਹਨਾਂ ਦੇ MLA ਤੇ ਵੀ ਬੜੇ ਆਰੋਪ ਲੱਗ ਰਹੇ ਆ, ਉਹਨਾਂ ਵੱਲ ਵੀ ਧਿਆਨ ਦੇਣ। ਤੇ ਜਿਹੜੀ ਸਰਕਾਰ ਆ ਉਹ ਸਾਰਿਆਂ ਲਈ ਬਰਾਬਰ ਹੁੰਦੀ ਆ, ਤੇ ਕਿਸੇ ਕਿਸਮ ਦੀ ਪੋਲੀਟੀਕਲ ਐਨਿਮਿਟੀ ਦੇ ਤੌਰ ਤੇ ਰਾਜਸੀ ਲਾਹਾ ਲੈਣ ਲਈ ਕਿਸੇ ਨੂੰ ਨਿਸ਼ਾਨਾ ਬਣਾ ਕੇ ਜੇ ਸਰਕਾਰਾਂ ਕਾਰਵਾਈ ਕਰਨਗੀਆਂ ਤਾਂ ਉਹ ਮਾੜੀ ਗੱਲ ਹੋਏਗੀ। ਅੱਜ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਨੂੰ ਗ੍ਰਿਫਤਾਰ ਕਰ ਲਿਆ ਰਿਸ਼ਵਤ ਦੇਣ ਦੇ ਦੋਸ਼ਾਂ ਹੇਠ। ਤੇ ਮੈਂ ਇਹ ਸਮਝਦਾ ਕਿ ਭਾਜਪਾ ਦੀ ਜਿਹੜੀ ਨੀਤੀ ਆ ਉਹ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਖਿਲਾਫ। ਪਰ ਅਸੀਂ ਕਹਿੰਦੇ ਕਿ ਇਵੈਂਟ ਮੈਨੇਜਮੈਂਟ ਨਾ ਹੋਵੇ। ਕੀ ਫੌਜਾ ਸਿੰਘ ਸਰਾਰੀ ਦੇ ਲਈ ਜਿਹੜਾ ਇਹਨਾਂ ਦਾ ਕੈਬਨਿਟ ਮਿਨਿਸਟਰ ਆ, ਉਹਦੇ ਲਈ ਵੀ ਕੋਈ ਇਹਨਾਂ ਦੀ ਨੀਤੀ ਹੈ? ਜਾਂ ਪਠਾਨ ਮਾਜਰਾ ਜਿਹਦੀਆਂ ਤਸਵੀਰਾਂ ਜਿਹੜੀਆਂ ਨੇ ਇਹਨਾਂ ਦਾ ਵਿਧਾਇਕ, ਤੇ ਉਹਦੇ ਲਈ ਕੋਈ ਨੀਤੀ ਹੈ? ਉਹ ਤਾਂ ਹਾਈ ਕੋਰਟ ਤੋਂ ਜਿਹੜਾ ਇਨਸਾਫ ਮਿਲ ਰਿਹਾ। ਜਾਂ ਜਿਹੜਾ ਕੁਮਾਰ ਵਿਸ਼ਵਾਸ ਤੇ ਜਿਹੜਾ ਬੱਗਾ ਲਈ ਇਹਨਾਂ ਨੇ ਮੁਕੱਦਮੇ ਦਰਜ ਕੀਤੇ ਸੀ, ਉਹ ਮਾਨਯੋਗ ਅਦਾਲਤ ਤੋਂ ਇਨਸਾਫ ਮਿਲਿਆ। ਸਾਨੂੰ ਅਦਾਲਤਾਂ ਤੇ ਭਰੋਸਾ, ਜਿਹੜਾ ਸਾਫ਼ ਸੁਥਰਾ ਹੋ ਕੇ ਆਏਗਾ
ਉਹ ਸਾਡਾ ਆਪਣਾ ਤੇ ਜਿਹੜੇ ਕਰਪਟ ਨੇ ਅਸੀਂ ਉਹਨਾਂ ਦੀ ਕੋਈ ਮਦਦ ਨਹੀਂ ਕਰਦੇ। ਇਹ ਕਰਪਸ਼ਨ ਜਿਹੜੀ ਵੀ ਗੱਲ ਕਰ ਰਹੇ ਆ ਇਹ ਕਾਂਗਰਸ ਸਰਕਾਰ ਦੇ ਸਮੇਂ ਦੀ ਕਰ ਰਹੇ ਆ। ਭਾਰਤੀ ਜਨਤਾ ਪਾਰਟੀ ਦੇ ਮਿਨਿਸਟਰ ਸਾਡੇ ਸਾਫ਼ ਸੁਥਰੇ ਔਰ ਬਿਲਕੁਲ ईमानदार ਨੇ ਔਰ ਮੈਂ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦਾ ਕਿ ਉਹਨਾਂ ਦੇ ਖਿਲਾਫ ਕੋਈ ਗੱਲ ਕੱਢ ਕੇ ਦੱਸਣ ਜਾਂ ਇਸ ਲਈ ਭਾਜਪਾ ਤੇ ਬਦਨਾਮ ਕਰਨ ਦੀ ਸਾਜ਼ਿਸ਼ ਨਾ ਹੋਵੇ ਇਹੋ ਜੀ, ਔਰ ਜਾਂ ਡਿਸਕਰੇਜ ਕਰਨ ਦੀ ਕਿ ਭਾਜਪਾ 'ਚ ਜੋ ਲੋਕ ਸ਼ਾਮਲ ਹੋ ਰਹੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ। ਇਹ ਕੇਜਰੀਵਾਲ ਜੀ ਇਵੈਂਟ ਮੈਨੇਜਮੈਂਟ ਨਾ ਕਰਨ ਤੇ ईमानदारी ਨਾਲ ਕੰਮ ਕਰੇ ਸਰਕਾਰ और बिना किसी इंटरफेरेंस तो निरपक्षता न करें। ये गिरफ्तारी जो हुई है इनके किए कर्मों पर हुई है। इन्होंने यथार्थ संपत्ति पंजाब के लोगों की लूटी, राज्य के नाम पे लूटी, राज और सेवा के नाम पे लूटी। और आज अगर इन्होंने काला धन ना बनाया होता तो कभी रिश्वत देने ना जाते। इनको पता था मेरे पास हजारों करोड़ों की संपत्ति है, अगर विजिलेंस ने उसकी पूरी जांच होती है तो मैं कभी भी छूट नहीं सकता, इसलिए रिश्वत देने गया। और मैं विजिलेंस के अपने ऑफिसर्स की, पंजाब सरकार के हमारे जितने विजिलेंस के ऑफिसर हैं उनकी जितनी सराहना करूँ वो कम है। मानयोग मुख्यमंत्री भगवंत मान जी ने वो विजिलेंस ऑफिसर लगाए हैं जिनको कोई खरीद नहीं सकता। ब्यूरो रिपोर्ट, दैनिक सवेरा टीवी। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਜੀਲੈਂਸ ਵੱਲੋਂ 50 ਲੱਖ ਰੁਪਏ ਦੇ ਰਿਸ਼ਵਤ ਕਾਂਡ ਵਿੱਚ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਬਿਆਨ ਦਿੰਦੇ ਕਿਹਾ ਕਿ ਮਾਨ ਹੈ ਭਗਵੰਤ ਮਾਨ ਸਰਕਾਰ ਤੇ ਜਿਨ੍ਹਾਂ ਨੇ ਇੰਨੇ ਕਾਬਲ ਅਤੇ ਇਮਾਨਦਾਰ ਅਫਸਰ ਨਿਯੁਕਤ ਕੀਤੇ ਨੇ। ਸੁੰਦਰ ਸ਼ਾਮ ਅਰੋੜਾ ਨੇ ਆਪਣੇ ਕਾਰਜਕਾਲ ਦੌਰਾਨ ਘਪਲੇ ਕਰਕੇ ਬਣਾਈਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਵਿਜੀਲੈਂਸ ਵਿਭਾਗ ਨੂੰ ਰਿਸ਼ਵਤ ਦਿੱਤੀ ਸੀ। ਜੇਕਰ ਉਹ ਇਮਾਨਦਾਰ ਹੁੰਦੇ ਤਾਂ ਪੈਸਿਆਂ ਦੇ ਆਧਾਰ ਤੇ ਜਾਂਚ ਅਧਿਕਾਰੀ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦੀ ਬਜਾਏ ਜਾਂਚ ਨੂੰ ਹੋਣ ਦਿੰਦੇ। ਹਾਲਾਂਕਿ ਉਹਨਾਂ ਦੀ ਆਪਣੀ ਕਾਂਗਰਸ ਸਰਕਾਰ 'ਚ ਮਹਾਲੀ ਸਿਟੀ ਜ਼ਮੀਨ ਘੁਟਾਲੇ ਅਤੇ ਹੋਰ ਘੁਟਾਲਿਆਂ ਕਾਰਨ ਉਹਨਾਂ ਨੂੰ ਮੰਤਰੀ ਮੰਡਲ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪਰ ਚੋਣਾਂ ਤੋਂ ਬਾਅਦ ਅਤੇ ਈਡੀ ਦੇ ਡਰ ਤੋਂ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਵੀ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਕਿ ਉਹਨਾਂ ਨੇ ਅਜਿਹੇ ਕਈ ਭ੍ਰਿਸ਼ਟ ਨੇਤਾਵਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਪੰਜਾਬ ਦੀ ਸੱਤਾ ਦਾ ਲਾਲਚ ਦਿਖਾਇਆ ਹੈ। सर, आज जो पूर्व हमारे कैबिनेट मंत्री रहे हैं पंजाब से सुंदर श्याम अरोड़ा, उनकी गिरफ्तारी हुई है सर, तो क्या कहना चाहते हैं सर आप इसके बारे में? ये गिरफ्तारी जो हुई है इनके किए कर्मों पर हुई है। इन्होंने यथार्थ संपत्ति पंजाब के लोगों की लूटी, राज्य के नाम पे लूटी, राज और सेवा के नाम पे लूटी। और आज अगर इन्होंने काला धन ना बनाया होता तो कभी रिश्वत देने ना जाते। इनको पता था मेरे पास हजारों करोड़ों की संपत्ति है, अगर विजिलेंस ने उसकी पूरी जांच होती है तो मैं कभी भी छूट नहीं सकता, इसलिए रिश्वत देने गया। और मैं विजिलेंस के अपने ऑफिसर्स की, पंजाब सरकार के हमारे जितने विजिलेंस के ऑफिसर हैं उनकी जितनी सराहना करूँ वो कम है। मानयोग मुख्यमंत्री भगवंत मान जी ने वो विजिलेंस ऑफिसर लगाए हैं जिनको कोई खरीद नहीं सकता। सर, अगर बात की जाए तो इनकी मोहाली और चंडीगढ़ में जो जेसीटी घोटाले चले जिसके कारण इनको मंत्री पद से भी हटा दिया गया था, इसके बारे में इनकी सरकार ने ही इन पे दोष लगाया था कि जो अटॉर्नी जनरल थे आरोप लगाया था कि ये करप्ट है, उनके केस खोले थे। फिर इसके बावजूद भी ये बीजेपी में शामिल हो गए इस डर से कि शायद ईडी ना ले जाए। इसके बारे में सर कहीं ना कहीं बीजेपी के साथ कोई दाग नहीं लग रहा कि उनका मौजूदा जो है एक जो ज्वाइन किया है बीजेपी को, एक बहुत बड़ी पार्टी को छोड़कर, तो इस तरीके से वो गिरफ्तार हुआ है? देखिए, जो बीजेपी के आगे बहुत बड़ा क्वेश्चन है कि एक आदमी जो घोटालों में संलिप्त था उसको उन्होंने क्यों आफ्टर ऑल ज्वाइन कराया? क्या ईडी ने उसको चिट्ठी नहीं निकाली थी? क्या ईडी अपनी चिट्ठियां भूल गई थी कि हमने इसको सुंदर श्याम अरोड़ा को चिट्ठियां निकाली? जो तो कहता मेरे पास कोई चिट्ठी नहीं है उनकी कोई। तो ये एक बड़ा क्वेश्चन बीजेपी के लीडरों के आगे है, चाहे वो लोकल लीडरशिप हो या उनकी सेंट्रल लीडरशिप है, उनके आगे बहुत बड़ा क्वेश्चन है कि आफ्टर ऑल उन्होंने ऐसे एक रिश्वतखोर जो अथाह संपत्तियों में लिप्त मंत्री, काला धन उसके पास है, अथाह संपत्तियां, उसको उन्होंने किस लिए शामिल कराया था? तो ये उनके आगे बहुत बड़ा एक बड़ा क्वेश्चन है। आज बीजेपी को इसका जवाब लोगों में जाके देना चाहिए, चाहे वो लोकल बीजेपी है चाहे सेंट्रल बीजेपी है। सर, अगर बात की जाए तो होशियारपुर में इनकी बेनामी संपत्ति है, बहुत सारी कॉलोनी काटी है, उनके हॉस्पिटल और स्कूल चल रहे हैं, क्या आपकी सरकार उसके भी ऊपर जांच बैठाएगी? देखिए, सरकार जो भी चीज़ें इनकी जो भी सरकार को लगेगा सरकार को जांच करनी चाहिए। मैं तो ये कहूँगा सरकार अपने लेवल पे जो विजिलेंस को इंक्वायरी दी गई है इनकी यथार्थ संपत्तियों के बारे में, सरकार और हमारे जो विजिलेंस के हमारे एडीजी हैं, हमारे जितने आईजी हैं, एसएसपी हैं, उन्होंने बहुत
बहुत ईमानदार अफसर है, उनको पता है एक ईमानदार सरकार है, तो वो बड़ी ईमानदारी से भी जांच कर रहे हैं। और ज़रूरी है कि इन लोगों ने आफ्टर ऑल ये संपत्ति कहाँ से अर्जित की। सर, जब बात की जाए चुनावों के मुद्दे पे, आपने जो चुनाव लड़ा था, इनके खिलाफ चुनाव लड़ा था, बहुत बड़ी जीत पे आपने हासिल किया है, तो कई मुद्दे आपने उठाए थे, तो क्या ये अब समय नहीं आ गया उनके मुद्दों को दरअसल जागृत करने का? देखिए, एक बात पक्की कि JCT इलेक्ट्रॉनिक घोटाला, आनंद लैंप घोटाला, आफ्टर ऑल इन्होंने पहली बार हुआ कि आप कोविड काल में जाके आपने सरकार की पेमेंट भी नहीं की और जमीन और बांट के प्लॉट दे दिए लोगों को वेबसाइट के ऊपर हैं। ये एक नए ढंग का घोटाला था। और इंदर लैंप को जो था, आनंद लैंप में भी इन्होंने क्या किया, जो प्लॉटिंग थी बिना किसी सरकार की परमिशन के कर दी। तो ये एक बड़े घोटाले करने के आदी हो चुके थे। लेकिन ये जो आम आदमी पार्टी की मुख्यमंत्री भगवंत मान जी की ईमानदार सरकार है, ये किसी ऐसे लीडर को छोड़ने वाली नहीं है। ये तय हो गया है, ये आपके सामने। ਮੋਹਾਲੀ ਪੁਲਿਸ ਨੇ ਬੰਬੀਹਾ ਗਰੁੱਪ ਦੇ 2 ਗੈਂਗਸਟਰਾਂ ਨੂੰ ਵੱਡੀ ਗਿਣਤੀ 'ਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ 'ਚ SSP ਮੋਹਾਲੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਉੱਥੇ ਹੀ ਫੜੇ ਗਏ ਆਰੋਪੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਅਤੇ ਗੌਤਮ ਕਪੂਰ ਦੇ ਰੂਪ 'ਚ ਹੋਈ ਹੈ। ਇਹਨਾਂ ਦੋਹਾਂ ਕੋਲੋਂ 7 ਪਿਸਟਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਫੜੇ ਗਏ ਦੋਹਾਂ ਆਰੋਪੀਆਂ ਖਿਲਾਫ ਪਹਿਲਾਂ ਹੀ ਮੋਹਾਲੀ 'ਚ ਫਰੋਤੀ ਮੰਗਣ ਦੇ ਮਾਮਲੇ ਦਰਜ ਨੇ। ਇਸ 'ਚ ਖਾਸ ਗੱਲ ਇਹ ਹੈ ਕਿ ਇਹਨਾਂ ਦੋਹਾਂ ਦੀ ਗ੍ਰਿਫਤਾਰੀ ਗੁਰਜੰਟ ਸਿੰਘ ਉਰਫ ਜੰਟਾ ਦੀ ਨਿਸ਼ਾਨਦੇਹੀ ਤੇ ਹੋਈ ਹੈ। ਗੁਰਜੰਟ ਸਿੰਘ ਉਹੀ ਆਰੋਪੀ ਹੈ ਜਿਸ ਨੇ ਹਿਮਾਚਲ ਪ੍ਰਦੇਸ਼ 'ਚ ਵਿੱਕੀ ਮਿੱਡੂ ਖੇੜਾ ਦੇ ਸ਼ੂਟਰਾਂ ਨੂੰ ਛੁਡਵਾਉਣ 'ਚ ਮਦਦ ਕੀਤੀ ਸੀ। ਇਹ ਆਪਣਾ 30 ਜਨਵਰੀ ਨੂੰ ਇੱਕ ਪਹਿਲੇ ਤੇ ਹਾਦਸਾ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਬਰੇਜ਼ਾ ਗੱਡੀ ਜਿਹੜੀ ਹੈ ਉਹ ਸਨੈਚ ਕੀਤੀ ਗਈ ਸੀ। ਇਹ ਬਰੇਜ਼ਾ ਗੱਡੀ ਜਿਹੜੀ ਹੈਗੀ ਆ ਉਹ ਜਿਹੜੇ ਉਹਦੇ ਡਰਾਈਵਰ ਸੀਗੇ ਉਹ ਇੱਕ ਮੈਰਿਜ ਅਟੈਂਡ ਕਰਕੇ ਰਾਜਬਾਗ ਪੈਲੇਸ ਰੋਪੜ ਤੋਂ ਅੰਦਰ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਉਹ ਗੱਡੀ ਸਨੈਚ ਹੋਈ ਸੀ। ਇਹ ਗੱਡੀ ਜਿਹੜੀ ਹੈਗੀ ਉਸ ਤੋਂ ਬਾਅਦ ਟਰੇਸ ਹੋ ਗਈ ਸੀ। ਆਪਾਂ ਜਿਹੜੇ ਬਾਕੀ ਲੋਕ ਸੀ ਉਹ ਅਰੈਸਟ ਕਰ ਲਏ ਸੀ। ਉਹਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਵਾਂਟਡ ਸੀ ਜਿਹਦਾ ਨਾਮ ਸੀਗਾ ਗੁਰਜੰਟ ਸਿੰਘ। ਇਹ ਜਿਹੜਾ ਗੁਰਜੰਟ ਸਿੰਘ ਹੈਗਾ ਇਹ ਉਹੀ ਹੈ ਜਿਹਨੇ ਕਿ ਜਿਨ੍ਹਾਂ ਸ਼ੂਟਰਸ ਨੇ ਵਿੱਕੀ ਮਿੱਡੂ ਖੇੜਾ ਨੂੰ ਮਾਰਿਆ ਸੀਗਾ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਹਿਮਾਚਲ ਪ੍ਰਦੇਸ਼ ਦੇ ਵਿੱਚ। ਉਹਦੇ ਵਿੱਚ ਗੁਰਜੰਟ ਸਿੰਘ ਇਨਵੋਲਵਡ ਸੀਗਾ ਤੇ ਉਸ ਤੋਂ ਬਾਅਦ ਦਿੱਲੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਅਰੈਸਟ ਕੀਤਾ ਸੀਗਾ, ਜਿਸ ਤੋਂ ਬਾਅਦ ਕਿ ਇਹਨੂੰ ਰਿਮਾਂਡ ਦੇ ਉੱਪਰ ਇਸ ਕੇਸ ਦੇ ਵਿੱਚ ਲਿਆਇਆ ਗਿਆ। ਤਾਂ ਇਹਦੇ ਕੋਲੋਂ ਜਿਹੜੇ ਹੈਗਾ 5 ਪਿਸਟਲ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ। ਤੇ ਇਸ ਤੋਂ ਇਲਾਵਾ ਇਹਨਾਂ ਦੀ ਪੁੱਛਗਿੱਛ ਤੋਂ ਹੋਰ ਬੰਦੇ ਆਇਡੈਂਟੀਫਾਈ ਹੋਏ ਵੀ ਜਿਹੜੇ ਸਾਡੇ ਏਰੀਆ ਦੇ ਵਿੱਚ ਆਪਰੇਟ ਇਸ ਟਾਈਮ ਦੇ ਉੱਪਰ ਕਰ ਰਹੇ ਸੀਗੇ, ਜਿਨ੍ਹਾਂ ਦੇ ਕੋਲ ਵੈਪਨਸ ਅਵੇਲੇਬਲ ਸੀਗੇ। ਔਰ ਇਹ 2 ਬੰਦੇ ਜਿਹੜੇ ਹੈਗੇ ਨੇ ਹੋਰ ਇਹਨਾਂ ਵਿੱਚ ਅਰੈਸਟ ਹੋਏ, ਇੱਕ ਗੁਰਵਿੰਦਰ ਸਿੰਘ ਅਤੇ ਇੱਕ ਗੌਤਮ ਕੁਮਾਰ। ਇਹਨਾਂ ਦੋਨਾਂ ਦੇ ਕੋਲੋਂ ਵੀ ਅਸਲਾ ਜਿਹੜਾ ਹੈ ਉਹ ਬਰਾਮਦ ਹੋਇਆ। ਇਸ ਤੋਂ ਇਲਾਵਾ ਇਹ ਗੱਲ ਸਾਹਮਣੇ ਆਈ ਵੀ ਇਹ ਸਾਰਾ ਜਿਹੜਾ ਆਪਰੇਟ ਕਰ ਰਹੇ ਹੈਗੇ ਨੇ ਇੱਕ ਗੋਪੀ ਨਾਮ ਦੇ ਬੰਦੇ ਦੇ ਉੱਪਰ ਕਹਿਣ ਦੇ ਉੱਪਰ ਆਪਰੇਟ ਕਰ ਰਹੇ ਨੇ, ਜੋ ਕਿ ਇਸ ਟਾਈਮ ਦੇ ਉੱਪਰ ਸਪੇਨ ਵਿੱਚ ਬੇਸਡ ਹੈ, ਜਿਹਦੀ ਪਿਛੋਕੜ ਜਿਹੜੀ ਹੈਗੀ ਹੈ ਮੋਰਿੰਡਾ ਰੋਪੜ ਦੇ ਵਿੱਚ, ਉੱਥੋਂ ਇਹਨਾਂ ਦੀ ਪਿਛੋਕੜ ਹੈ। ਤੇ ਇਹ ਇੱਕ ਐਕਸਟੋਰਸ਼ਨ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਜਿਹੜਾ ਧਮਕਾਉਣ ਦਾ ਜਿਹੜਾ ਹੈਗਾ ਇਸ ਪਾਸੇ ਇਹ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਵਹੀਕਲ ਸਨੈਚਿੰਗ ਦੇ ਵਿੱਚ ਵੀ ਇਨਵੋਲਵ ਰਹੇ ਹੈਗੇ ਨੇ। ਤੇ ਇਹਨਾਂ ਦੀ ਅਰੈਸਟ ਦੇ ਨਾਲ ਸਾਨੂੰ ਉਮੀਦ ਹੈ ਵੀ ਹੋਰ ਵੀ ਸਾਨੂੰ ਇਹਨਾਂ ਦੀ ਰਿਮਾਂਡ ਲੈ ਕੇ ਲੀਡਸ ਮਿਲਣਗੀਆਂ ਤੇ ਜਿਹੜੇ ਹੋਰ ਵੀ ਕੋਈ ਗਰੁੱਪਸ ਜਿਹੜੇ ਸਾਡੇ ਏਰੀਆ ਦੇ ਵਿੱਚ ਆਪਰੇਟ ਕਰ ਰਹੇ ਨੇ ਉਹਨਾਂ ਦੇ ਉੱਪਰ ਵੀ ਆਪਾਂ ਸਟਰੋਂਗ ਐਕਸ਼ਨ ਕਰਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੇਗੀ। ਸਰ, ਇਹ ਗੁਰਵਿੰਦਰ ਤੇ ਗੌਤਮ ਦੀ ਅਸੀਂ ਗੱਲ ਕਰੀਏ, ਇਹ ਕੌਣ ਨੇ? ਇਹ ਗੁਰਜੰਟ ਤੇ ਬੰਬੀਹਾ ਗਰੁੱਪ ਦੇ ਜਿਹੜੇ ਗੈਂਗ ਦੇ ਇਹ ਕਰ ਰਹੇ ਐਕਟਿਵ ਨੇ। ਇਹ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਇਹ ਜਿਹੜਾ ਇੱਕ ਗੋਪੀ ਨਾਮ ਦਾ ਬੰਦਾ ਜਿਹੜਾ ਸਾਡਾ ਫਿਗਰ ਆਊਟ ਹੁੰਦਾ ਹੈਗਾ, ਜੋ ਕੋਈ ਮੋਰਿੰਡੇ ਦਾ ਰਹਿਣ ਵਾਲਾ ਹੈ ਤੇ ਇਹ ਉਹਨਾਂ ਦੇ ਕਹਿਣ ਦੇ ਉੱਪਰ ਆਪਰੇਟ ਕਰ ਰਹੇ ਨੇ ਤੇ ਬੰਬੀਹਾ ਗਰੁੱਪ ਦੇ ਨਾਲ ਲਿੰਕਡ ਹੈਗੇ ਨੇ। ਇਹ ਸਰ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਇਹਨਾਂ ਦੀ ਹਿਸਟਰੀ ਤੁਸੀਂ ਪਹਿਲਾਂ ਹੀ ਦੱਸੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਗੁਰਜੰਟ ਹੈਗਾ ਇਹਨੂੰ ਪਹਿਲੇ ਹੀ ਦਿੱਲੀ ਪੁਲਿਸ ਜਿਹੜੀ ਹੈਗੀ ਆ ਉਹਨੇ ਅਰੈਸਟ ਕੀਤਾ ਸੀਗਾ, ਜਿਹੜਾ ਕਿ ਆਪਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਇਹਨਾਂ ਨੇ ਆਪਣੇ ਵਿੱਕੀ ਮਿੱਡੂ ਖੇੜਾ ਕੇਸ ਦੇ ਵਿੱਚ ਇਹਨਾਂ ਨੇ ਬੰਦੇ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਦੋਨੋਂ ਹੈਗੇ ਨੇ ਉਹ ਸਾਡੇ ਏਰੀਆ ਵਿੱਚ ਮੋਹਾਲੀ 'ਚ ਅਰੈਸਟ ਕੀਤੇ ਗਏ। ਸਰ, ਕਿਉਂਕਿ ਕਾਫੀ ਅਹਿਮ ਹੋ ਜਾਂਦਾ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਵੀ ਇੱਥੇ ਰੱਖਿਆ ਹੋਇਆ, ਜੱਗੂ ਭਗਵਾਨਪੁਰੀਆ ਨੂੰ ਵੀ ਇੱਥੇ ਰੱਖਿਆ ਹੋਇਆ, ਤਾਂ ਕੋਈ ਸਾਜ਼ਿਸ਼ ਦੀ ਕੋਈ ਗੱਲ ਸਾਹਮਣੇ ਆਈ ਹੈ, ਕੋਈ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ? ਕਿਉਂਕਿ ਕਾਫੀ ਤੁਸੀਂ ਇੱਥੇ VIP ਸਿਕਿਉਰਿਟੀ ਵਗੈਰਾ ਵੀ ਲਾਈ ਹੋਈ ਹੈ ਪੂਰੀ, ਤਾਂ ਕੋਈ ਇੱਦਾਂ ਦੀ ਵੀ ਗੱਲ ਆਈ ਹੈ? ਕਿਉਂਕਿ ਇਹਨਾਂ ਦੀ ਜਿਹੜੀ ਫੇਸਬੁੱਕ ਪੋਸਟ ਵਾਰ ਲਗਾਤਾਰ ਜਾਰੀ ਹੈ, ਲਾਰੈਂਸ ਬਿਸ਼ਨੋਈ ਉਹਨਾਂ ਨੂੰ ਗਾਲਾਂ ਕਰਦਾ ਹੈ, ਉਹਨਾਂ ਨੂੰ ਦੁਸ਼ਮਣੀ ਗੱਲ ਕਰਦਾ ਹੈ, ਇਹ ਵੀ ਕੋਈ ਗੱਲ ਸਾਹਮਣੇ ਆਈ ਹੈ? ਕੋਈ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀਗਾ, ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰ ਰਿਹਾ ਸੀਗਾ ਜਾਂ ਛੁਡਾਉਣ ਵਾਸਤੇ? ਅਜੇ ਤੱਕ ਜਿਹੜੀ ਸਾਡੀ ਤਫਤੀਸ਼ ਵਿੱਚ ਇਹਨਾਂ ਦੀ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਪਰ ਸਾਡੇ ਵੱਲੋਂ ਜਿਹੜੀ ਕਿ ਪੂਰੀ ਪੈਣੀ ਨਜ਼ਰ ਰੱਖੀ ਜਾ ਰਹੀ ਹੈ। ਬਾਕੀ ਇਹਨਾਂ ਦੀ ਕਿਉਂਕਿ ਅੱਜ ਹੀ ਆਪਾਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ, ਇਹਨਾਂ ਦੀ ਹੁਣ ਆਪਾਂ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਜ਼ਿਆਦਾ ਕੁਝ ਖੁਲਾਸੇ ਆਣਗੇ। ਇਸ ਟਾਈਮ ਦੇ ਉੱਪਰ ਇਹ ਆਪਣਾ ਸਪੇਨ ਦੇ ਵਿੱਚ ਹੈ। ਸਰ, ਇਹ ਵੈਪਨ ਕਿੱਥੋਂ ਦੇ ਹੈਗੇ ਨੇ ਜੀ? ਕਵਰ ਜਿਹੜੀ ਇੱਕੋ ਜਗ੍ਹਾ ਤੋਂ ਹੋਏ ਨੇ ਸਾਰੇ? ਨਹੀਂ, ਇਹ ਵੱਖਰੀ ਥਾਵਾਂ ਤੋਂ ਰਿਕਵਰ ਹੋਏ ਨੇ ਸਾਰੇ ਜਿਹੜੇ ਦੇਸੀ ਵੈਪਨ ਹੈਗੇ ਨੇ। ਮੱਧ ਪ੍ਰਦੇਸ਼ ਤੋਂ ਇਹ ਵੈਪਨ ਸੋਰਸ ਕੀਤੇ ਗਏ।
ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਵਾਲਾ ਬਣ ਗਿਆ ਜਦੋਂ ਇੱਕ ਪ੍ਰਵਾਸੀ ਮਹਿਲਾ ਵੱਲੋਂ ਟੀਵੀ ਮਕੈਨਿਕ ਜਸਬੀਰ ਸਿੰਘ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਗਿਆ। ਜਦੋਂ ਮਹਿਲਾ ਨੇ ਤੇਜ਼ਾਬ ਸੁੱਟਿਆ ਉਸ ਵੇਲੇ ਪੀੜਤ ਦੁਕਾਨ ਦੇ ਵਿੱਚ ਕੰਮ ਕਰ ਰਿਹਾ ਸੀ, ਜਿਸ ਤੋਂ ਬਾਅਦ ਮਹਿਲਾ ਨੇ ਸਿੱਧਾ ਉਸਦੇ ਮੂੰਹ ਤੇ ਤੇਜ਼ਾਬ ਸੁੱਟਿਆ। ਇਸ ਨਾਲ ਉਸਦੇ ਚਿਹਰੇ ਅਤੇ ਅੱਖਾਂ 'ਚ ਤੇਜ਼ਾਬ ਪੈ ਗਿਆ ਅਤੇ ਪਿੱਠ ਤੇ ਤੇਜ਼ਾਬ ਪੈ ਗਿਆ, ਜਿਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਨਾਲ ਤੜਫਦਾ ਨਜ਼ਰ ਆਇਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਤੇਜ਼ਾਬੀ ਹਮਲੇ ਤੋਂ ਬਾਅਦ ਪੀੜਤ ਵਿਅਕਤੀ ਨੂੰ CMC ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਇੱਕ ਮਹਿਲਾ ਨੇ ਟੀਵੀ ਮਕੈਨਿਕ ਤੇ ਤੇਜ਼ਾਬ ਸੁੱਟ ਦਿੱਤਾ ਅਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਹਾਲਾਂਕਿ ਮਹਿਲਾ ਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਦਬੋਚ ਲਿਆ। ਇਹ ਪੂਰੀ ਘਟਨਾ ਦੁਕਾਨ ਦੇ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋ ਗਈ, ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮਹਿਲਾ ਆਪਣੇ ਹੱਥ ਦੇ ਵਿੱਚ ਇੱਕ ਬੈਗ ਲੈ ਕੇ ਆਉਂਦੀ ਹੈ ਤੇ ਦੁਕਾਨ ਵੱਲ ਵੱਧਦੀ ਹੈ ਤੇ ਅਚਾਨਕ ਹੀ ਇਹ ਟੀਵੀ ਮਕੈਨਿਕ ਤੇ ਤੇਜ਼ਾਬ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੀ ਹੈ। ਅਤੇ ਇੱਕ ਆਟੋ ਦੇ ਵਿੱਚ ਬਹਿ ਕੇ ਜਦੋਂ ਮਹਿਲਾ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਟ੍ਰੈਫਿਕ ਲਾਈਟ ਤੇ ਆਟੋ ਖੜਾ ਹੋਣ ਦੇ ਕਾਰਨ ਲੋਕਾਂ ਨੇ ਇਸ ਨੂੰ ਦਬੋਚ ਵੀ ਲਿਆ। ਇਸ ਪੂਰੇ ਮਾਮਲੇ ਦਾ ਖੁਲਾਸਾ ਪੁਲਿਸ ਪੁੱਛਗਿੱਛ ਦੇ ਵਿੱਚ ਮਹਿਲਾ ਦੇ ਵੱਲੋਂ ਕੀਤਾ ਗਿਆ। ਦਰਅਸਲ ਇਹ ਮਹਿਲਾ ਟੀਵੀ ਮਕੈਨਿਕ ਦੀ ਬੇਟੀ ਦੇ ਉੱਤੇ ਤੇਜ਼ਾਬ ਸੁੱਟਣ ਦੇ ਲਈ ਆਈ ਸੀ, ਕਿਉਂਕਿ ਟੀਵੀ ਮਕੈਨਿਕ ਦੀ ਬੇਟੀ ਉਸਦੇ ਪ੍ਰੇਮੀ ਦੇ ਨਾਲ ਗੱਲ ਕਰਦੀ ਸੀ, ਜਿਸ ਦੇ ਕਾਰਨ ਮਹਿਲਾ ਨੂੰ ਕਾਫੀ ਨਾਰਾਜ਼ਗੀ ਸੀ ਅਤੇ ਉਸਦੇ ਆਪਣੇ ਦਿਮਾਗ ਦੇ ਵਿੱਚ ਟੀਵੀ ਮਕੈਨਿਕ ਦੀ ਬੇਟੀ ਦੇ ਤੇਜ਼ਾਬ ਸੁੱਟਣ ਦੀ ਇਹ ਯੋਜਨਾ ਬਣਾਈ। ਉਸ ਨੂੰ ਸ਼ੱਕ ਸੀ ਕਿ ਉਸਦਾ ਪ੍ਰੇਮੀ ਕਿਸੇ ਹੋਰ ਲੜਕੀ ਦੇ ਚੱਕਰ ਦੇ ਵਿੱਚ ਹੈ, ਜਿਸ ਤੋਂ ਬਾਅਦ ਉਹ ਜਮਾਲਪੁਰ ਆਈ ਅਤੇ ਮਕੈਨਿਕ ਦੀ ਬੇਟੀ ਦੇ ਤੇਜ਼ਾਬ ਸੁੱਟਣ ਦੇ ਲਈ ਉੱਥੇ ਪਹੁੰਚੀ ਸੀ, ਪਰ ਮਕੈਨਿਕ ਦੀ ਬੇਟੀ ਦੁਕਾਨ ਤੇ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਹ ਵਿਅਕਤੀ ਤੇ ਹੀ ਤੇਜ਼ਾਬ ਸੁੱਟ ਕੇ ਉੱਥੋਂ ਫਰਾਰ ਹੋ ਗਈ। ਜ਼ਖਮੀ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਦੇ ਤੌਰ ਤੇ ਹੋਈ ਹੈ। ਮਹਿਲਾ ਨੇ ਪੁੱਛਗਿੱਛ ਦੇ ਵਿੱਚ ਮੰਨਿਆ ਹੈ ਕਿ ਉਹ ਜਸਵੀਰ ਸਿੰਘ ਦੀ ਬੇਟੀ ਦੇ ਤੇਜ਼ਾਬ ਸੁੱਟਣ ਆਈ ਸੀ, ਪਰ ਉਹ ਨਹੀਂ ਮਿਲੀ, ਜਿਸ ਦੇ ਕਾਰਨ ਉਸਨੇ ਗੁੱਸੇ ਦੇ ਵਿੱਚ ਪਿਤਾ ਤੇ ਹੀ ਤੇਜ਼ਾਬ ਸੁੱਟ ਦਿੱਤਾ। ਉਸਦਾ ਪ੍ਰੇਮੀ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਉਹ ਕਿਸੇ ਦੂਸਰੀ ਲੜਕੀ ਨੂੰ ਤਵੱਜੋ ਦੇ ਰਿਹਾ ਸੀ ਅਤੇ ਇਸੇ ਦੇ ਚੱਲਦਿਆਂ ਹੀ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਦੱਸੇ ਕਿ ਇਸ ਮਹਿਲਾ ਦਾ ਇੱਕ ਬੇਟਾ ਤੇ ਬੇਟੀ ਵੀ ਹੈ। ਜ਼ਖਮੀ ਜਸਵੀਰ ਸਿੰਘ CMC ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਸ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਜਸਵੀਰ ਸਿੰਘ ਲੜਕੇ ਦਾ ਨਾਮ ਆ, ਜਿਹਦੇ ਤੇ ਤੇਜ਼ਾਬ ਪਾਇਆ ਗਿਆ। ਜਮਾਲਪੁਰ ਦੇ ਰਹਿਣ ਵਾਲੇ ਆ। ਤੇਜ਼ਾਬ ਉੱਪਰ ਕਰਿਓ। ਹਾਂਜੀ ਠੀਕ ਆ। ਤਾਂ ਦੂਸਰੀ ਗੱਲ, ਉਹਨਾਂ ਦਾ ਟੀਵੀ ਦਾ ਦੁਕਾਨ ਹੈ। ਉਹ ਲੇਡੀ ਜਾਈ ਆ, ਉੱਥੇ ਕਾਊਂਟਰ ਤੇ ਬੈਠੀ ਹੈ ਔਰ ਉਹਨੇ ਢੱਕਣ ਖੋਲ ਕੇ ਸਿੱਧਾ ਉਹਨਾਂ ਦੇ ਮੂੰਹ ਤੇ ਮਾਰਿਆ ਔਰ ਮੂੰਹ ਤੇ ਮਾਰਨ ਤੋਂ ਬਾਅਦ ਉੱਥੇ ਜਦੋਂ ਰੌਲਾ ਪਿਆ ਤਾਂ ਬੰਦਿਆਂ ਨੇ ਫੜ ਕੇ ਉਹਨੂੰ ਅੰਦਰ ਲਿਆਂਦਾ ਵਾ ਥਾਣੇ ਦੇ ਵਿੱਚ। ਥਾਣੇ 'ਚ ਉਹ ਵਾਜੇ ਹੈਗੀ ਆ। ਤਾਂ ਪੁਲਿਸ ਨੂੰ ਅਸੀਂ ਕਿਹਾ ਉੱਥੋਂ, ਕਿਉਂਕਿ ਡਾਕਟਰਾਂ ਦੀ ਰਿਪੋਰਟ ਆ ਰਹੀ ਆ ਕਿ ਭਾਈ ਜਦ ਤੱਕ ਤੇਜ਼ਾਬ ਦਾ ਕਿਹੜਾ ਤੇਜ਼ਾਬ ਆ ਉਹ ਰਿਪੋਰਟ ਲੈ ਕੇ ਉਹਦੇ ਹਿਸਾਬ ਨਾਲ ਜਲਦੀ ਇਲਾਜ ਹੋ ਸਕਦਾ ਹੈ। ਤਾਂ ਉਹਨਾਂ ਨੇ ਮੰਗਾਇਆ ਜ਼ਰੂਰੀ ਹੈ। ਕਿੰਨੇ ਕੁ ਵਜੇ ਦੀ ਘਟਨਾ ਹੈ ਇਹ ਹੁਣ ਮੈਂ ਤਾਂ ਸੀਗਾ ਆਪਣੇ ਘਰੇ, 3 ਵਜੇ ਦੀ ਘਟਨਾ ਦੱਸ ਰਹੇ ਨੇ। ਇਹ ਲੇਡੀ ਕਿੱਥੇ ਦੀ ਰਹਿਣ ਵਾਲੀ ਸੀਗੀ ਔਰ ਕਿਸ ਤਰ੍ਹਾਂ ਇਹਨਾਂ ਨਾਲ ਸੰਬੰਧਿਤ ਸੀਗੇ ਜਿਹੜੇ ਦੁਕਾਨ ਤੇ ਜਾ ਕੇ ਤੇਜ਼ਾਬ ਪਾਇਆ? ਕਿਸ ਚੀਜ਼ 'ਚ ਲੈ ਕੇ ਆਈ ਸੀ ਤੇਜ਼ਾਬ? ਉਹ ਬੋਟਲ ਦੇ ਵਿੱਚ ਲਿਆਈ ਸੀ। ਤੇਜ਼ਾਬ ਉਹਨਾਂ ਦੇ ਪਈ ਹੈ, ਫੇਸ ਤੇ ਪਈ ਹੈ? ਹਾਂਜੀ, ਚਿਹਰੇ ਤੇ ਪਈ ਹੈ ਤੇਜ਼ਾਬ? ਹਾਂ ਪੂਰਾ ਚਿਹਰੇ ਤੇ ਪਈ ਹੈ, ਸਿਰ ਤੇ ਪਈ ਆ, ਪਿੱਠੇ ਤੇ ਪਈ ਆ। ਕੋਈ ਅੱਖਾਂ ਦੇ ਵਿੱਚ ਕੋਈ ਨੁਕਸਾਨ ਹੋਇਆ ਜਾਂ ਸਰੀਰ ਤੇ ਬੋਡੀ ਦੇ ਵਿੱਚ? ਪਤਾ ਨਹੀਂ ਲਾਇਆ ਜਾ ਸਕਦਾ। ਹਸਪੀਟਲ ਲੈ ਕੇ ਉਸੇ ਟਾਈਮ ਗਏ, ਕਿਉਂਕਿ ਮੈਂ ਪ੍ਰੋਪਰ ਦੇਖਿਆ ਨਹੀਂ ਹੈ। ਲੇਕਿਨ ਜਿਹੜਾ ਹਰਪ੍ਰੀਤ ਸਿੰਘ ਜਮਾਲਪੁਰੀ ਨੇ, ਵਕੀਲ ਸਾਹਿਬ, ਉਹ ਸਾਡੇ ਸੰਸਥਾ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਫਟਾਫਟ ਜਾਓ ਉੱਥੇ ਦੇਖੋ ਉਹ ਲੇਡੀਜ਼ ਭੱਜ ਨਾ ਜਾਵੇ। ਇਹ ਲੇਡੀਜ਼ ਇਕੱਲੀ ਸੀ, ਇਹਦੇ ਨਾਲ ਕੋਈ ਹੋਰ ਵੀ ਸੀ? ਇਕੱਲੀ। ਕਾਹਤੇ ਆਈ ਸੀਗੀ ਇਹ ਲੇਡੀ? ਸਕੂਟਰੀ ਤੇ ਮੇਰੇ ਕੋਲ। ਸਕੂਟਰੀ ਤੇ ਤੇਜ਼ਾਬ ਕਰਨ ਪਤਾ ਲੱਗਿਆ ਕੁਝ ਪਾਣ ਦਾ? ਇਹ ਨਹੀਂ ਪਤਾ ਲੱਗਿਆ ਹਜੇ ਤੱਕ। ਪੁਲਿਸ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੀ ਹਿਰਾਸਤ ਦੇ ਵਿੱਚ? ਹਾਂਜੀ ਪੁਲਿਸ ਦੀ ਹਿਰਾਸਤ। ਤੇ ਕੀ ਕਿਦਾਂ ਲੱਗ ਰਿਹਾ ਕਿ ਕੋਈ ਮਤਲਬ ਪਹਿਲਾਂ ਇਹ ਮਿਲੀ ਸੀਗੀ ਇਹਨਾਂ ਨੂੰ ਜਾਂ ਕਿਤੇ? ਇਹਦੇ ਬਾਰੇ ਤਾਂ ਸਰ ਜਦੋਂ ਬੰਦੇ ਨੂੰ ਹੋਸ਼ ਆਊਗਾ ਉਹੀ ਦੱਸ ਸਕਦਾ। ਕੋਈ ਉੱਥੇ ਮੌਕੇ ਤੇ CCTV ਕੈਮਰੇ ਵਗੈਰਾ ਕੁਝ ਆਈ ਹੈ ਉੱਥੇ ਜਿਹੜੀ ਫੁਟੇਜ? ਉਹ ਅਸੀਂ ਕਢਾਵਾਂਗੇ ਤਾਂ ਹੀ। ਅਜੇ ਤਾਂ ਬੰਦੇ ਨੂੰ ਲੈ ਕੇ ਪਰੇਸ਼ਾਨ ਆ। ਜਸਵੀਰ ਸਿੰਘ ਟੀਵੀਆਂ ਦਾ ਕੰਮ ਕਰਦਾ ਸ਼ੁਰੂ ਤੋਂ, ਠੀਕ ਆ। ਉਹ ਦੁਕਾਨ ਦੇ ਉੱਤੇ ਕੰਮ ਕਰ ਰਿਹਾ ਸੀਗਾ। ਜਨਾਨੀ ਆਈ, ਆ ਕੇ ਉਹਦੇ ਕੋਲ ਬੈਠ ਕੇ ਉਹਨੇ ਕੇਨੀ ਖੋਲੀ, ਤੇਜ਼ਾਬ ਦੀ ਪਾ ਦਿੱਤਾ ਉਹਦੇ ਤੇ। ਇਹ ਸਾਡਾ ਵੀਰਾ ਗਿਆ, ਸਾਡੇ ਘਰੇ ਭੱਜ ਕੇ ਕਹਿੰਦਾ ਜਸਵੀਰ ਦੇ ਤੇ ਤੇਜ਼ਾਬ ਪੈ ਗਿਆ। ਇਹਨਾਂ ਨੇ ਆ ਕੇ ਉਹਨੂੰ ਪੁੱਛਿਆ ਕਿ ਜਸਵੀਰ ਨੂੰ ਵੀ ਜਸਵੀਰ ਕੀ ਹੋਇਆ, ਤੂੰ ਪਾਣੀ ਪਾ ਰਿਹਾ? ਉਹ ਕਹਿੰਦਾ ਉਹ ਜਨਾਨੀ ਤੇਜ਼ਾਬ ਪਾ ਗਈ। ਕਿਹੜੇ ਮਹੱਲੇ ਦੀ ਗੱਲ ਹੈ ਜੀ? ਜਮਾਲਪੁਰ ਦੀ ਜੀ। ਜਸਵੀਰ ਦੇ ਜੇ ਗੱਲ ਕਰੀਏ ਪਰਿਵਾਰ 'ਚ ਕੌਣ ਮੈਂਬਰ ਹੈ? ਜਮਾਲਪੁਰ ਜਸਵੀਰ ਦੇ ਹੈਗੇ 3 ਬੇਟੀਆਂ ਨੇ, 1 ਬੇਟਾ ਵਾ ਜੀ। ਤੇ ਕੰਮ ਕੀ ਕਰਦਾ ਫਿਰ ਇਹਨਾਂ ਦਾ? ਟੀਵੀ? ਠੀਕ ਹੈ। ਹਾਂਜੀ, ਟੀਵੀਆਂ ਦਾ ਸ਼ੁਰੂ ਤੋਂ। ਕੀ ਕਾਰਨ ਸੀਗਾ ਉਹਨੇ ਦੀ ਦੁਕਾਨ ਦੇ ਉੱਤੇ ਆ ਕੇ ਤੇਜ਼ਾਬ ਪਾਇਆ? ਔਰ ਲੇਡੀ ਆਈ ਕਾਹਤੇ ਸੀਗੀ? ਇਹ ਸਾਨੂੰ ਪਤਾ ਨਹੀਂ ਹਜੇ ਕਾਹਦੇ ਤੇ ਆਈ ਹੈ, ਨਹੀਂ ਸਾਨੂੰ ਹਜੇ ਕੁਝ ਨਹੀਂ ਪਤਾ ਹੈਗਾ। ਬਸ ਉਹਦਾ ਹੀ ਰੌਲਾ ਪਿਆ ਸਾਡੇ ਮਹੱਲੇ। ਕੋਈ ਕੈਨੀ ਦੇ ਵਿੱਚ ਸੀਗਾ ਤੇਜ਼ਾਬ? ਕੈਨੀ ਵਿੱਚ ਤੇਲ ਸੀ। ਉਹ ਥਾਣੇ ਦੇ ਵਿੱਚ ਵੀ ਤੇ ਹੈਗਾ ਤੇਜ਼ਾਬ ਪਿਆ।
ਤੇ ਉੱਥੇ ਵੀ ਤੇਜ਼ਾਬ ਕਿਹੜੇ ਹਸਪੀਟਲ ਲੈ ਕੇ ਗਏ ਨੇ? ਸੀਐਮਸੀ ਦੇ ਦੱਸ ਰਹੇ ਤੇ ਨੇ। ਜਿਹੜੇ ਤੇਜ਼ਾਬ ਪਾਇਆ ਉਹਦੇ ਨਾਲ ਸਰੀਰ ਦੇ ਵਿੱਚ ਕੋਈ ਇਫੈਕਟ ਪਿਆ ਜਿਹਦਾ ਜਲਨ ਦੀ ਕੋਈ ਹਾਂਜੀ ਹਾਂਜੀ ਉਹਦੇ ਪੂਰੇ ਆ ਬੋਡੀ ਸਾਰੀ ਮਤਲਬ ਹੋ ਗਈ ਹੈ ਸਰ ਤੇ ਫਿਰ hospital ਦੀ ਪ੍ਰੋਬਲਮ ਆਈ ਹੈ। ਕਿਸ ਹਿਸਾਬ ਨਾਲ ਹਸਪੀਟਲ ਕਿਸ ਤਰ੍ਹਾਂ ਲੈ ਕੇ ਗਏ? ਗੱਡੀ ਦੇ ਵਿੱਚ ਲੈ ਕੇ ਗਿਆ ਜੀ। ਮੇਰਾ ਦੂਜਾ ਦਿਓਰ ਸੀਗਾ ਲੰਬੜਦਾਰ ਹਰਪ੍ਰੀਤ ਵਕੀਲ ਆ, ਉਹ ਲੈ ਕੇ ਗਿਆ ਉਹਨੂੰ ਗੱਡੀ ਦੇ ਵਿੱਚ। ਤੇ ਪਰਿਵਾਰਿਕ ਮੈਂਬਰ ਉਹਨਾਂ ਦੇ ਪਹੁੰਚ ਗਏ ਨੇ? ਹਾਂਜੀ ਉਹਨਾਂ ਦੀ ਮੈਸੇਜ ਜਦੇ ਪਹੁੰਚ ਗਈ ਹੋਈ ਆ। ਉਹ ਵੀ ਪਰਿਵਾਰਕ ਹੀ ਮੈਂਬਰ ਸੀਗਾ ਜਿਹੜਾ ਲੈ ਕੇ ਗਿਆ ਗੱਡੀ ਦੇ ਵਿੱਚ, ਤੇ ਬੇਟੀਆਂ ਸਾਡੇ ਨਾਲ ਸੀ। ਹੁਣੇ ਉਹ ਬੇਟੀਆਂ ਘਰੇ ਗਈਆਂ ਨੇ। ਇਹ ਪਤਾ ਲੱਗਿਆ ਕਿ ਲੇਡੀ ਕਿੱਥੇ ਦੀ ਰਹਿਣ ਵਾਲੀ ਆ ਔਰ ਕਿਸ ਤਰ੍ਹਾਂ ਇੱਥੇ ਪਹੁੰਚੀ ਇਹਨਾਂ ਦੀ ਅਸੀਂ ਦੁਕਾਨ ਤਾਂ ਤੇ? ਹੁਣ ਇੰਸਪੈਕਟਰ ਸਾਹਿਬ ਕੋਲੇ ਗਏ ਸੀ, ਉਹ ਕਹਿੰਦੇ ਰਾਮਨਗਰ ਦੀ ਰਹਿਣ ਵਾਲੀ ਆ, ਹੈਗੀ ਯੂਪੀ ਦੀ, ਤੇਜ਼ਾਬ ਯੂਪੀ ਚ ਲੈ ਕੇ ਆਈ। ਤੇ ਰਸਤੇ ਵਿੱਚ ਕਿਸੇ ਤੇਜ਼ਾਬ ਜਿਹਦਾ ਲੈ ਗਿਆ, ਤੇਜ਼ਾਬ ਦੀ ਪਾਬੰਦੀ ਵੀ ਲਗਾਈ ਗਈ ਹੈ, ਤੇਜ਼ਾਬ ਲੈ ਜਾਣਾ ਮਨਾ? ਸਾਨੂੰ ਨਹੀਂ ਪਤਾ ਹੈਗਾ, ਨਾ ਸਾਨੂੰ ਉਹਨਾਂ ਨੂੰ ਮਿਲਣ ਦਿੰਦੇ ਆ, ਨਾ ਕੁਝ ਗੱਲਬਾਤ ਆ। ਅਸੀਂ ਉਹਨੂੰ ਮਿਲਦੇ ਆ ਜਾ ਕੇ ਵੀ ਕੀ ਗੱਲ ਆ, ਕੀ ਵਜ੍ਹਾ ਸਾਡੇ ਮੁੰਡੇ ਤੇ ਤੇਜ਼ਾਬ ਕਿਉਂ ਪਾਇਆ। ਉਹ ਸਾਡਾ ਦਿਓਰ ਲੱਗਦਾ ਵਾ, ਉਹ ਹਜੇ ਕੁਝ ਨਹੀਂ ਦੱਸ ਰਹੇ। ਮਤਲਬ ਲੇਡੀ ਨੂੰ ਫੜ ਲਿਆ ਮੌਕੇ ਤੇ? ਲੇਡੀ ਜੀ ਨੂੰ ਫੜ ਲਿਆ? ਹਾਂਜੀ ਫੜਿਆ ਹੈ। ਮੌਕੇ ਤੇ ਕਿੱਦਾਂ ਫੜੀ ਗਈ ਲੇਡੀ ਜਿਹੜੀ ਸੀ? ਉਹ ਆਟੋ ਦੇ ਵਿੱਚ ਬੈਠੀ ਸੀ, ਜਦ ਰੌਲਾ ਪੈ ਗਿਆ ਮਾਰਕੀਟ ਦੇ ਵਿੱਚ ਵੀ ਤੇਜ਼ਾਬ ਪਾਤਾ ਜਸਵੀਰ ਤੇ, ਉਹ ਫਰੂਟਾਂ ਵਾਲੇ ਬੰਦੇ ਨੇ ਆਟੋ ਦੇ ਵਿੱਚੋਂ ਕੋਈ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ? ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਮੌਕੇ ਤੇ ਫੜ ਲਈ ਹੈ? ਆਟੋ ਚੋਂ ਫੜੀ ਗਿਆ। ਕਪੂਰਥਲਾ ਨਕੋਦਰ ਰੋਡ ਤੇ ਪਿੰਡ ਤਲਵੰਡੀ ਮਹਿਮਾ ਨੇੜੇ ਓਵਰਟੇਕ ਨੂੰ ਲੈ ਕੇ ਦੋ ਕਾਰ ਚਾਲਕਾਂ ਵਿਚਾਲੇ ਮਾਮੂਲੀ ਝਗੜਾ ਹੋ ਗਿਆ। ਇਹ ਝਗੜਾ जानलेवा हमले च तब्दील हो गया, जिस कारण दो पुलिस मुलाजमान समेत 3 व्यक्ति बुरी तरह नाल जख्मी हो गए। डॉक्टर ने पुलिस मुलाजम समेत रागे की हालत नाजुक दसदिया उसनू जलंधर दे हस्पताल लई रैफर कर दिता। इस नाल एक पुलिस मुलाजम सिविल हस्पताल विच जेरे इलाज है। जख्मी की पहचान कांस्टेबल परमिंदर सिंह वासी पिंड तंदल थाना सदर, कांस्टेबल नवदीप सिंह पुत्र रंजीत सिंह वासी पिंड सैदोवाल ते तीजे जख्मी की पहचान मनप्रीत सिंह पुत्र इंदरजीत सिंह वासी कपूरथला वजों हुई है। पंजाब के मुख्यमंत्री भगवंत सिंह मान अज गुजरात रैली ਨੂੰ ਸੰਬੋਧਨ ਕਰਨ ਪਹੁੰਚੇ, ਜਿੱਥੇ ਉਹਨਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲੋਂ ਇੱਕ ਮੌਕਾ ਮੰਗਿਆ ਗਿਆ ਸੀ। ਉਹਨਾਂ ਨੇ 92 ਸੀਟਾਂ ਦੇ ਜਿੱਤ ਦਰਜ ਕਰਵਾਈ ਤੇ ਸਾਡੀ ਪਾਰਟੀ ਵੀ ਲੋਕਾਂ ਦੇ ਭਰੋਸੇ ਤੇ ਖਰੀ ਉਤਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਭਾਜਪਾ ਤੇ ਤੰਜ ਕਰਦਿਆਂ ਕਿਹਾ ਕਿ ਇਹ ਲੋਕਾਂ ਦੇ ਲਈ ਨਹੀਂ, ਆਪਣੇ ਘਰ ਭਰਨ ਲਈ ਆਏ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਗੁਜਰਾਤ ਵਾਲੇ ਵੀ ਆਮ ਆਦਮੀ ਪਾर्टी ਨੂੰ ਇੱਕ ਮੌਕਾ ਦੇ ਕੇ ਵੇਖਣ ਕਿਵੇਂ ਮਸਲੇ ਹੱਲ ਹੁੰਦੇ ਨੇ। ਤੇ ਅਸੀਂ ਹੁਣ ਤੱਕ ਦੀਆਂ ਖਾਸ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਤੇ ਜਾਂਦੇ ਜਾਂਦੇ ਨਜ਼ਰ ਮਾਰਦੇ ਆ ਅੱਜ ਦੀਆਂ ਕੁਝ ਖਾਸ ਖਬਰਾਂ ਤੇ। ਵਿਜੀਲੈਂਸ ਬਿਊਰੋ ਪੰਜਾਬ ਨੇ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ। ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਵੱਡਾ ਬਿਆਨ। ਕਿਹਾ ਕਿ ਅਰੋੜਾ ਨੇ ਆਪਣੇ ਕਾਰਜਕਾਲ ਦੌਰਾਨ ਘਪਲੇ ਕਰਕੇ ਬਣਾਈਆਂ ਬੇਨਾਮੀ ਜਾਇਦਾਦਾਂ। ਮੋਹਾਲੀ ਪੁਲਿਸ ਨੇ ਬੰਬੀਹਾ ਗਰੁੱਪ ਦੇ 2 ਗੈਂਗਸਟਰਾਂ ਨੂੰ ਵੱਡੀ ਗਿਣਤੀ 'ਚ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ।